ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕੁਲਵੰਤ ਕੌਰ ਅੱਜ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਆਪਣੀ ਇੱਕ ਹੋਰ ਵੀਡੀਓ ਲੈ ਕੇ, ਜੋ ਕਿ ਕਲਾਸ 7ਵੀਂ ਦੇ ਨਾਲ ਸੰਬੰਧਿਤ ਹੈ। ਅਤੇ ਇਸ ਕਲਾਸ 7ਵੀਂ ਦੀ ਇੱਕ ਕਵਿਤਾ ਹੈ ਪਹਿਲ ਪਾਠ 8ਵਾਂ, ਜੋ ਕਿ ਲਿਖੀ ਹੋਈ ਹੈ ਸ ਚਰਨ ਸਿੰਘ ਸ਼ਹੀਦ। ਸ ਚਰਨ ਸਿੰਘ ਸ਼ਹੀਦ ਇੱਕ ਕਵੀ ਹਨ ਜਿਨ੍ਹਾਂ ਨੇ ਕਵਿਤਾਵਾਂ ਦੇ ਨਾਲ ਨਾਲ ਵਾਰਤਕ ਦੀ ਵੀ ਰਚਨਾ ਕੀਤੀ ਹੈ। ਕਵਿਤਾਵਾਂ ਦੇ ਵਿੱਚ ਇਹਨਾਂ ਨੇ ਵੀਰ ਰਸੀ ਕਵਿਤਾ ਅਤੇ ਹਾਸ ਰਸ ਕਵਿਤਾ ਦੀ ਰਚਨਾ ਕੀਤੀ ਹੈ। ਸ ਦਾ ਇਹਨਾਂ ਦੇ ਨਾਮ ਦੇ ਵਿੱਚ ਅਰਥ ਹੈ ਸੂਬਾ ਸਿੰਘ ਚਰਨ ਸਿੰਘ ਸ਼ਹੀਦ। ਸੂਬਾ ਸਿੰਘ ਜੋ ਕਿ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ, ਜਿਨ੍ਹਾਂ ਨੂੰ ਇਹਨਾਂ ਨੇ ਆਪਣੇ ਨਾਮ ਨਾਲ ਰਲਾ ਕੇ ਆਪਣਾ ਨਾਮ ਰੱਖਿਆ ਸ ਚਰਨ ਸਿੰਘ ਸ਼ਹੀਦ। ਤਾਂ ਅਸੀਂ ਕਵਿਤਾ ਦੀ ਵਿਆਖਿਆ ਕਰਦੇ ਹਾਂ। ਕਵਿਤਾ ਜੋ ਕਿ ਹਾਸ ਰਸ ਕਵਿਤਾ ਹੈ, ਇਸ ਕਵਿਤਾ ਦੇ ਵਿੱਚ ਕਵੀ ਨੇ ਇੱਕ ਬੁੱਧੂ ਨਾਂ ਦੇ ਪਾਤਰ ਨੂੰ ਵਰਣਨ ਕੀਤਾ ਹੈ, ਜਿਸ ਦਾ ਖੋਤਾ ਬਿਮਾਰ ਹੋ ਗਿਆ ਸੀ। ਅਤੇ ਜਦੋਂ ਉਹ ਆਪਣੇ ਖੋਤੇ ਨੂੰ ਡਾਕਟਰ ਕੋਲ ਲੈ ਕੇ ਗਿਆ ਅਤੇ ਉਸ ਦੇ ਨਾਲ ਕੀ ਬਣਿਆ, ਉਹ ਕਵੀ ਨੇ ਇਸ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ। ਕਵਿਤਾ ਦੀ ਵਿਆਖਿਆ ਸ਼ੁਰੂ ਕਰਦੇ ਹਾਂ। ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ ਖੋਤਾ ਲਿਆਇਆ, ਡਾਕਦਾਰ ਨੇ ਦੇਖ ਬਿਮਾਰੀ ਨੁਸਖਾ ਲਿਖ ਪਕੜਾਇਆ। ਕਵੀ ਕਹਿ ਰਹੇ ਨੇ ਕਿ ਜਾਨਵਰਾਂ ਦੇ ਹਸਪਤਾਲ ਦੇ ਵਿੱਚ ਇੱਕ ਬੁੱਧੂ, ਜੋ ਕਿ ਇੱਕ ਇਨਸਾਨ ਦਾ ਨਾਮ ਹੈ, ਇੱਕ ਬੰਦੇ ਦਾ ਨਾਮ ਹੈ, ਆਪਣਾ ਇੱਕ ਖੋਤਾ ਲਿਆਇਆ। ਡਾਕਦਾਰ ਯਾਨੀ ਕਿ ਡਾਕਟਰ ਸਾਹਿਬ ਨੇ ਉਸ ਦੀ ਬਿਮਾਰੀ ਦੇਖੀ ਅਤੇ ਉਸਨੂੰ ਇੱਕ ਨੁਸਖਾ ਲਿਖ ਕੇ ਪਕੜਾ ਦਿੱਤਾ। ਨੁਸਖਾ ਯਾਨੀ ਕਿ ਉਹਨਾਂ ਦੀ ਦਵਾਈ ਦੀ ਤਰਕੀਬ, ਉਹਨਾਂ ਨੇ ਦਵਾਈ ਦੇ ਵਿੱਚ ਕੀ ਦੇਣਾ ਸੀ। ਕਹਿਣ ਲੱਗਾ ਇਹ ਚੀਜ਼ਾਂ ਪੀ ਕੇ ਇੱਕ ਨਲਕੀ ਵਿੱਚ ਪਾਈ, ਨਲਕੀ ਇਸ ਦੀ ਨਾਸ ਵਿੱਚ ਰੱਖ, ਫੂਕ ਜ਼ੋਰ ਦੀ ਲਾਹੀਂ। ਡਾਕਟਰ ਕਹਿਣ ਲੱਗਿਆ ਕਿ ਦੇਖ ਬੁੱਧੂ ਭਾਈ, ਇਹ ਪਰਚੀ ਦੇ ਵਿੱਚ ਜੋ ਨੁਸਖਾ ਲਿਖ ਕੇ ਪਕੜਾਇਆ ਹੈ, ਇਸ ਦੇ ਵਿੱਚ ਜੋ ਚੀਜ਼ਾਂ ਲਿਖੀਆਂ ਹਨ, ਇਹਨਾਂ ਚੀਜ਼ਾਂ ਨੂੰ ਪੀ ਕੇ ਯਾਨੀ ਕਿ ਪੀਸ ਕੇ ਇੱਕ ਨਲਕੀ ਵਿੱਚ ਪਾਈ ਅਤੇ ਨਲਕੀ ਇਸ ਦੀ ਨਾਸ ਵਿੱਚ ਰੱਖ ਕੇ, ਕਿਸ ਦੀ? ਖੋਤੇ ਦੀ ਨਾਸ ਵਿੱਚ ਰੱਖ ਕੇ ਜ਼ੋਰ ਦੀ ਫੂਕ ਮਾਰ ਦੇਈ। ਨਾਸ ਨੱਕ ਦਾ ਇੱਕ ਹਿੱਸਾ। ਇਹ ਨਸਵਾਰ ਨਾਸ ਦੀ ਰਾਹੀਂ ਜਦੋਂ ਮਗਜ਼ ਵਿੱਚ ਜਾਊ, ਤੇਰੇ ਇਸ ਖੋਤੇ ਨੂੰ ਅਰਬੀ ਘੋੜੇ ਵਾਂਗ ਬਣਾਊ। ਕਹਿੰਦਾ ਕਿ ਇਹ ਨਸਵਾਰ ਜੋ ਕਿ ਨੁਸਖਾ ਤੈਨੂੰ ਪਕੜਾਇਆ ਸੀ, ਉਸ ਨੁਸਖੇ ਰਾਹੀਂ ਜੋ ਨਸਵਾਰ ਬਣੇਗੀ, ਜਦੋਂ ਇਹ ਖੋਤੇ ਦੇ ਅੰਦਰ ਨਾਸ ਦੀ ਰਾਹੀਂ ਇਸ ਦੇ ਮਗਜ਼ ਵਿੱਚ ਜਾਊਗੀ, ਮਗਜ਼ ਯਾਨੀ ਕਿ ਦਿਮਾਗ ਤੱਕ ਪਹੁੰਚੂਗੀ, ਤਾਂ ਤੇਰੇ ਇਸ ਖੋਤੇ ਨੂੰ ਅਰਬੀ ਘੋੜੇ ਵਾਂਗ ਬਣਾ ਦੇਗੀ। ਅਰਬੀ ਘੋੜਾ ਜੋ ਕਿ ਘੋੜਿਆਂ ਦੀ ਕਿਸਮ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਅਤੇ ਤੇਜ਼ ਭੱਜਣ ਵਾਲਾ ਘੋੜਾ ਮੰਨਿਆ ਜਾਂਦਾ ਹੈ। ਤਾਂ ਡਾਕਟਰ ਨੇ ਕਿਹਾ ਬੁੱਧੂ ਨੂੰ ਕਿ ਇਸ ਪਰਚੀ ਦੇ ਵਿੱਚ ਜੋ ਨੁਸਖਾ ਤੈਨੂੰ ਪਕੜਾਇਆ ਹੈ, ਜਦੋਂ ਇਸ ਨੁਸਖੇ ਵਿੱਚ ਲਿਖੀਆਂ ਚੀਜ਼ਾਂ ਨੂੰ ਤੂੰ ਪੀਸ ਕੇ ਨਸਵਾਰ ਬਣਾ ਕੇ ਨਾ ਇਸ ਇੱਕ ਨਲਕੀ ਰਾਹੀਂ ਖੋਤੇ ਦੀ ਨਾਸ ਦੇ ਵਿੱਚ ਪਾਏਗਾ, ਤਾਂ ਇਹ ਤੇਰਾ ਖੋਤਾ ਅਰਬੀ ਘੋੜੇ ਦੇ ਵਾਂਗ ਬਣ ਜਾਊਗਾ। ਅਗਲੀਆਂ ਲਾਈਨਾਂ ਦੀ ਵਿਆਖਿਆ ਕਰਦੇ ਹਾਂ। ਕੁਝ ਚਿਰ ਮਗਰੋਂ ਖਾਉ ਕਰਦਾ ਬੁੱਧੂ ਮੁੜ ਕੇ ਆਇਆ, ਬਿੱਜੂ ਵਾਂਗ ਬੁਰਾ ਉਸਨੇ ਹੈਸੀ ਮੂੰਹ ਬਣਾਇਆ। ਕਵੀ ਕਹਿੰਦਾ ਕਿ ਕੁਝ ਦੇਰ ਬਾਅਦ ਕੀ ਹੋਇਆ ਕਿ ਬੁੱਧੂ ਵਾਪਸ ਆਇਆ ਅਤੇ ਖਾਉ ਕਰਦਾ ਆ ਰਿਹਾ ਸੀ ਅਤੇ ਉਸਨੇ ਬਹੁਤ ਹੀ ਬੁਰਾ ਜਿਹਾ ਬਿੱਜੂ ਵਰਗਾ ਮੂੰਹ ਬਣਾਇਆ ਹੋਇਆ ਸੀ। ਡਾਕਦਾਰ ਨੇ ਸੋਚਿਆ ਹੈਸੀ ਗਦੇ ਦੁਲੱਤੀ ਲਾਈ, ਹਾਸਾ ਰੋਕ ਪੁੱਛਿਆ ਬੁੱਧੂ ਇਹ ਕੀ ਸ਼ਕਲ ਬਣਾਈ। ਡਾਕਟਰ ਨੇ ਸੋਚਿਆ ਬੁੱਧੂ ਨੂੰ ਦੇਖ ਕੇ ਕੀ ਹੋ ਸਕਦਾ ਹੈ, ਇਹਨੂੰ ਗਧੇ ਨੇ ਦੁਲੱਤੀ ਮਾਰੀ ਹੋਣੀ ਹੈ। ਦੁਲੱਤੀ ਕੀ ਹੁੰਦਾ ਹੈ? ਜਦੋਂ ਗਧਾ ਪਿਛਲੀਆਂ ਦੋ ਲੱਤਾਂ ਚੁੱਕ ਕੇ ਮਾਰਦਾ ਹੈ, ਉਸ ਨੂੰ ਕਹਿੰਦੇ ਨੇ ਦੁਲੱਤੀ ਮਾਰਨਾ। ਹਾਸਾ ਰੋਕ ਬੁੱਧੂ ਇਹ ਕੀ ਸ਼ਕਲ ਬਣਾਈ। ਡਾਕਟਰ ਨੇ ਆਪਣਾ ਹਾਸਾ ਰੋਕ ਪੁੱਛਿਆ ਕਿ ਬੁੱਧੂ ਤੂੰ ਆਪਣੀ ਇਹ ਕੀ ਸ਼ਕਲ ਬਣਾਈ ਹੋਈ ਹੈ। ਕਹਿਣ ਲੱਗਾ ਹਟਕੋਰੇ ਲੈ ਕੇ ਮੈਂ ਚੀਜ਼ਾਂ ਸਭ ਲਈਆਂ, ਪੀਸ ਪੂਸ ਕੇ ਛਾਣ ਛੂਣ ਕੇ ਜਦੋਂ ਟਿਚਨ ਹੋ ਗਈਆਂ। ਬੁੱਧੂ ਜੋ ਕਿ ਹਟਕੋਰੇ ਲੈ ਕੇ ਰੋ ਰਿਹਾ ਸੀ। ਹਟਕੋਰੇ ਲੈਣਾ ਸਿਸਕੀਆਂ ਲੈ ਕੇ ਰੋਣਾ।
ਕਹਿੰਦਾ ਜਦੋਂ ਹਟਕੋਰੇ ਲੈ ਰਿਹਾ ਸੀ ਤਾਂ ਉਸਨੇ ਡਾਕਟਰ ਨੂੰ ਦੱਸਿਆ ਕਿ ਮੈਂ ਸਭ ਚੀਜ਼ਾਂ ਲਈਆਂ। ਉਹਨਾਂ ਚੀਜ਼ਾਂ ਨੂੰ ਪੀਸ ਕੇ ਛਾਣ ਕੇ ਜਦੋਂ ਉਹ ਤਿਆਰ ਹੋ ਗਈਆਂ, ਟੀਚਨ ਹੋ ਗਈਆਂ ਯਾਨੀ ਕਿ ਤਿਆਰ ਹੋ ਗਈਆਂ, ਨਲਕੀ ਵਿੱਚ ਪਾ, ਨਲਕੀ ਉਸਦੇ ਨਥਨੇ ਵਿੱਚ ਟਿਕਾਈ। ਕਹਿੰਦਾ ਕਿ ਮੈਂ ਉਨ ਚੀਜ਼ਾਂ ਨੂੰ ਨਲਕੀ ਵਿੱਚ ਪਾਇਆ ਅਤੇ ਨਲਕੀ ਉਸਦੇ ਨਥਨੇ ਵਿੱਚ ਟਿਕਾਈ। ਦੂਜੀ ਤਰਫੋਂ ਫੂਕ ਆਣ ਹਿਤ ਮੈਂ ਨਲਕੀ ਮੂੰਹ ਪਾਈ। ਕਹਿੰਦਾ ਕਿ ਇੱਕ ਪਾਸਾ ਉਹਦੀ ਨਥਨੂ ਦੇ ਵਿੱਚ ਪਾ ਕੇ ਅਤੇ ਦੂਜੇ ਪਾਸੋਂ ਜਦੋਂ ਉਸ ਨਲਕੀ ਨੂੰ ਮੈਂ ਆਪਣੇ ਮੂੰਹ ਵਿੱਚ ਪਾਇਆ ਤਾਂ ਕਿ ਮੈਂ ਉਸ ਦੇ ਵਿੱਚ ਫੂਕ ਮਾਰ ਸਕਾਂ। ਮੇਰੀ ਫੂਕੋਂ ਪਹਿਲਾਂ ਹੀ ਚਾ ਫੂਕ ਗਧੇ ਨੇ ਮਾਰੀ, ਮੇਰੀ ਗਲ ਦੇ ਅੰਦਰ ਧਸ ਗਈ ਝੱਟ ਦਵਾਈ ਸਾਰੀ। ਕਹਿੰਦਾ ਕਿ ਮੇਰੀ ਫੂਕ ਤੋਂ ਪਹਿਲਾਂ ਹੀ ਉਸ ਗਧੇ ਨੇ ਫੂਕ ਮਾਰ ਦਿੱਤੀ ਅਤੇ ਉਹ ਜੋ ਸਾਰੀ ਦਵਾਈ ਸੀ ਉਹ ਝੱਟ ਮੇਰੇ ਗਲੇ ਦੇ ਅੰਦਰ ਚਲੀ ਗਈ। ਅੱਲਾ ਬਖਸ਼ੇ ਫੂਕ ਉਸ ਦੀ ਵਾਂਗ ਹਨੇਰੀ ਆਈ, ਨਲਕੀ ਵੀ ਲੰਘ ਜਾਣੀ ਸੀ ਮੈਂ ਫੜ ਕੇ ਮਸਾਂ ਬਚਾਈ। ਕਹਿੰਦਾ ਕਿ ਅੱਲਾ ਬਖਸ਼ੇ, ਪਰਮਾਤਮਾ ਬਖਸ਼ੇ, ਉਸ ਦੀ ਫੂਕ ਜੋ ਸੀ ਉਹ ਹਨੇਰੀ ਦੇ ਵਾਂਗ ਆਈ ਅਤੇ ਉਸ ਦੀ ਫੂਕ ਇੰਨੀ ਤੇਜ਼ ਸੀ ਕਿ ਜੇਕਰ ਮੈਂ ਨਲਕੀ ਨਾ ਫੜਦਾ ਤਾਂ ਨਲਕੀ ਵੀ ਮੇਰੇ ਅੰਦਰ ਹੀ ਲੰਘ ਜਾਣੀ ਸੀ। ਮੈਂ ਉਸ ਨਲਕੀ ਨੂੰ ਫੜ ਕੇ ਮਸਾਂ ਹੀ ਬਚਾਇਆ ਸੀ। ਉਸ ਦੀ ਸੁਣ ਕੇ ਗੱਲ ਡਾਕਟਰ ਹੱਸ ਹੱਸ ਦੋਰਾ ਹੋਇਆ, ਬੁੱਧੂ ਉਸ ਨੂੰ ਵੇਖ ਹੱਸਦਿਆਂ ਧੂਣਾ ਚੌੜਾ ਰੋਇਆ। ਕਹਿੰਦਾ ਕਿ ਉਸ ਦੀ ਗੱਲ ਸੁਣ ਕੇ ਜੋ ਡਾਕਟਰ ਸੀ ਉਹ ਹੱਸ ਹੱਸ ਕੇ ਦੂਰਾ ਹੋ ਗਿਆ ਅਤੇ ਉਸ ਡਾਕਟਰ ਦਾ ਹਾਸਾ ਦੇਖ ਕੇ ਜੋ ਬੁੱਧੂ ਸੀ ਉਹ ਦੂਣਾ ਚੌੜਾ ਰੋਣ ਲੱਗ ਪਿਆ, ਹੋਰ ਵੀ ਜ਼ਿਆਦਾ ਰੋਣ ਲੱਗ ਪਿਆ। ਹੱਸਦੇ ਰੋਂਦੇ ਦੇਖ ਦੋਹਾਂ ਨੂੰ ਸੁਥਰਾ ਵੀ ਮੁਸਕਾਇਆ, ਸੁਣ ਉਹ ਬੁੱਧੂ ਇਸ ਜਗ ਨੇ ਹੈ ਪਹਿਲ ਤਾਂ ਹੀ ਵਡਿਆਇਆ। ਸੁਥਰਾ, ਸੁਥਰਾ ਜੋ ਸ਼ਬਦ ਹੈ ਉਹ ਕਵੀ ਨੇ ਆਪਣੇ ਲਈ ਵਰਤਿਆ ਹੈ ਕਿਉਂਕਿ ਜੋ ਹਾਸਰਸ ਕਵਿਤਾਵਾਂ ਨੇ ਉਸ ਦੇ ਵਿੱਚ ਚਰਨ ਸਿੰਘ ਸ਼ਹੀਦ ਜੀ ਨੇ ਆਪਣੇ ਆਪ ਨੂੰ ਸੁਥਰਾ ਕਿਹਾ ਹੈ। ਕਹਿੰਦਾ ਕਿ ਇੰਨੇ ਦੀ ਹੱਸੀ ਬੁੱਧੂ ਦੀ ਸ਼ਕਲ ਵੇਖ ਕੇ, ਹੱਸਦਾ ਰੋਂਦਾ ਦੇਖ ਕੇ ਸੁਥਰਾ ਮੁਸਕਾ ਪਿਆ ਅਤੇ ਕਹਿਣ ਲੱਗਾ, ਉਹ ਬੁੱਧੂ ਸੁਣ, ਇਸ ਜੱਗ ਨੇ ਹਮੇਸ਼ਾ ਪਹਿਲ ਕਰਨ ਵਾਲੇ ਦੀ ਹੀ ਵਡਿਆਈ ਕੀਤੀ ਹੈ। ਯਾਨੀ ਜੋ ਪਹਿਲ ਕਰਦਾ ਹੈ, ਜੋ ਕਿਸੇ ਕੰਮ ਨੂੰ ਅੱਗੇ ਹੋ ਕੇ ਵੱਧ ਕੇ ਕਰਦਾ ਹੈ, ਇਹ ਸੰਸਾਰ ਹਮੇਸ਼ਾ ਉਸ ਨੂੰ ਹੀ ਵਡਿਆਉਂਦਾ ਹੈ, ਉਸ ਦੀ ਹੀ ਵਡਿਆਈ ਕਰਦਾ ਹੈ। ਜਿੱਦੀ ਫੂਕ ਵੱਜ ਜਾਏ ਪਹਿਲਾਂ ਜਿੱਤ ਉਸ ਦੀ ਕਹਿੰਦੇ, ਤੇਰੇ ਜਿਹੇ ਸੁਸਤ ਪਿਛਲਣੇ ਰੋ ਰੋ ਕਰਦੇ ਰਹਿੰਦੇ। ਕਹਿੰਦਾ ਕਿ ਜਿਸ ਦੀ ਫੂਕ ਪਹਿਲਾਂ ਵੱਜ ਜਾਏ, ਪਹਿਲਾਂ ਲੱਗ ਜਾਏ, ਹਮੇਸ਼ਾ ਜਿੱਤ ਉਸ ਦੀ ਹੀ ਹੁੰਦੀ ਹੈ। ਤੇਰੇ ਵਰਗੇ ਸੁਸਤ ਅਤੇ ਪਿੱਛੇ ਰਹਿਣ ਵਾਲੇ ਹਮੇਸ਼ਾ ਰੂ ਰੂ ਕਰਦੇ ਹੀ ਰਹਿੰਦੇ ਨੇ। ਅਤੇ ਇਹ ਸੀ ਅੱਜ ਦੀ ਕਵਿਤਾ, ਜਿਸ ਕਵਿਤਾ ਤੋਂ ਸਾਨੂੰ ਇਹ ਸਿੱਖਿਆ ਮਿਲੀ ਕਿ ਹਮੇਸ਼ਾ ਅੱਗੇ ਹੋ ਕੇ ਵੱਧ ਕੇ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਸੁਸਤ ਰਵਾਂਗੇ, ਪਿਛੜਿਆਣੀ ਰਵਾਂਗੇ ਤਾਂ ਬੁੱਧੂ ਵਾਂਗ ਹਮੇਸ਼ਾ ਰੂ ਰੂ ਹੀ ਕਰਦੇ ਰਵਾਂਗੇ। ਇਸ ਦੇ ਨਾਲ ਹੀ ਅਸੀਂ ਇਸ ਕਵਿਤਾ ਦਾ ਅਭਿਆਸ ਕਰਦੇ ਹਾਂ। ਅਭਿਆਸ ਵਿੱਚ ਸਭ ਤੋਂ ਪਹਿਲਾਂ ਆਉਂਦੇ ਨੇ ਔਖੇ ਸ਼ਬਦਾਂ ਦੇ ਅਰਥ। ਔਖੇ ਸ਼ਬਦਾਂ ਦੇ ਅਰਥ ਵਿੱਚ ਪਹਿਲਾ ਹੈ ਨੁਸਖਾ, ਤਰੀਕਾ, ਨਸਵਾਰ, ਨੱਕ ਰਾਹੀਂ ਸੁੰਘਣ ਵਾਲਾ ਪਦਾਰਥ, ਮਗਜ਼ ਦਿਮਾਗ, ਅਰਬੀ ਅਰਬ ਦੇਸ਼ ਦਾ, ਦੁਲੱਤੀ ਮਾਰਨਾ, ਦੋਵੇਂ ਲੱਤਾਂ ਮਾਰਨਾ, ਹਣਕੋਰੇ ਹੌਕੇ, ਔਖੇ ਸਾਹ, ਟਿਚਨ ਤਿਆਰ, ਰਉ ਰਉ ਰੋਣ ਹਾਕੇ, ਰੋਂਦੇ ਰਹਿਣ ਵਾਲੇ, ਅੱਲਾ ਬਖਸ਼ੇ, ਰੱਬ ਭਲੀ ਕਰੇ, ਸੁਥਰਾ, ਹਾਸ ਰਸੀ ਪਾਤਰ। ਅੱਗੇ ਅਭਿਆਸ ਦੇ ਵਿੱਚ ਨੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ ਪ੍ਰਸ਼ਨ ਹੈ, ਬੁੱਧੂ ਜਾਨਵਰਾਂ ਦੇ ਹਸਪਤਾਲ ਕਿਉਂ ਗਿਆ? ਬੁੱਧੂ ਜਾਨਵਰਾਂ ਦੇ ਹਸਪਤਾਲ ਆਪਣੇ ਖੋਤੇ ਨੂੰ ਲੈ ਕੇ ਗਿਆ ਸੀ। ਉਸ ਨੂੰ ਲੱਗਦਾ ਸੀ ਕਿ ਉਸ ਦਾ ਖੋਤਾ ਬਿਮਾਰ ਹੈ। ਡਾਕਟਰ ਨੇ ਬੁੱਧੂ ਨੂੰ ਕੀ ਨੁਸਖਾ ਦੱਸਿਆ? ਡਾਕਟਰ ਨੇ ਬੁੱਧੂ ਨੂੰ ਇੱਕ ਪਰਚੀ ਪਕੜਾਈ ਜਿਸ ਦੇ ਵਿੱਚ ਨੁਸਖਾ ਲਿਖਿਆ ਹੋਇਆ ਸੀ। ਡਾਕਟਰ ਨੇ ਕਿਹਾ ਕਿ ਇਸ ਵਿੱਚ ਜੋ ਸਮਾਨ ਲਿਖਿਆ ਹੈ ਉਸ ਨੂੰ ਪੀਸ ਕੇ, ਟਿਚਨ ਕਰਕੇ ਯਾਨੀ ਕਿ ਤਿਆਰ ਕਰਕੇ ਇੱਕ ਨਲਕੀ ਰਾਹੀਂ ਖੋਤੇ ਦੇ ਇੱਕ ਨਸ ਵਿੱਚ ਪਾਉਣਾ ਹੈ ਅਤੇ ਜ਼ੋਰ ਦੀ ਫੂਕ ਮਾਰਨੀ ਹੈ। ਜਦੋਂ ਇਹ ਦਵਾਈ
ਖੋਤੇ ਦੇ ਮਗਜ਼ ਤੱਕ, ਦਿਮਾਗ ਤੱਕ ਪਹੁੰਚ ਜਾਏਗੀ ਤਾਂ ਖੋਤਾ ਜੋ ਹੈ ਉਹ ਅਰਬੀ ਘੋੜੀ ਦੇ ਵਾਂਗ ਬਣ ਜਾਊਗਾ। ਬੁੱਧੂ ਡਾਕਟਰ ਕੋਲ ਵਾਪਸ ਕਿਉਂ ਆਇਆ? ਬੁੱਧੂ ਡਾਕਟਰ ਕੋਲ ਰੋਂਦਾ ਹੋਇਆ ਵਾਪਸ ਆਇਆ ਕਿਉਂਕਿ ਜੋ ਨਸਵਾਰ ਬੁੱਧੂ ਨੇ ਬਣਾਈ ਸੀ ਉਹ ਨਸਵਾਰ ਖੋਤੇ ਦੇ ਨੱਕ ਵਿੱਚ ਜਾਣ ਦੀ ਥਾਂ ਬੁੱਧੂ ਦੇ ਗਲੇ ਵਿੱਚ ਚਲੀ ਗਈ, ਕਿਉਂਕਿ ਬੁੱਧੂ ਦੇ ਫੂਕ ਮਾਰਨ ਤੋਂ ਪਹਿਲਾਂ ਹੀ ਖੋਤੇ ਨੇ ਫੂਕ ਮਾਰ ਦਿੱਤੀ ਸੀ। ਗਧੇ ਦੀ ਫੂਕ ਕਿਸ ਤਰ੍ਹਾਂ ਆਈ? ਗਧੇ ਦੀ ਫੂਕ ਹਨੇਰੀ ਵਾਂਗ ਆਈ। ਡਾਕਟਰ ਹੱਸ ਦੋਹਰਾ ਕਿਉਂ ਹੋਇਆ? ਬੁੱਧੂ ਦੀ ਸ਼ਕਲ ਵੇਖ ਕੇ, ਉਸਦੀ ਰੋਣਾ ਦੇਖ ਕੇ ਤੇ ਇਹ ਸੁਣ ਕੇ ਕਿ ਉਸਦੀ ਫੂਕ ਮਾਰਨ ਤੋਂ ਪਹਿਲਾਂ ਹੀ ਖੋਤੇ ਨੇ ਫੂਕ ਮਾਰ ਦਿੱਤੀ, ਇਹ ਸਭ ਸੁਣ ਕੇ ਡਾਕਟਰ ਹੱਸ ਕੇ ਦੋਹਰਾ ਹੋ ਗਿਆ। ਇਸ ਕਵਿਤਾ ਦੇ ਕਵੀ ਦਾ ਨਾਂ ਦੱਸੋ। ਇਸ ਕਵਿਤਾ ਦੇ ਕਵੀ ਦਾ ਨਾਮ ਹੈ ਸ ਚਰਨ ਸਿੰਘ ਸ਼ਹੀਦ, ਯਾਨੀ ਕਿ ਸੂਬਾ ਸਿੰਘ ਚਰਨ ਸਿੰਘ ਸ਼ਹੀਦ। ਖਾਲੀ ਥਾਵਾਂ ਭਰੋ। ਤੇਰੇ ਇਸ ਖੋਤੇ ਨੂੰ ਅਰਬੀ ਘੋੜੇ ਵਾਂਗ ਬਣਾਓ। ਡਾਕਟਰ ਨੇ ਦੇਖ ਬਿਮਾਰੀ, ਨੁਸਖਾ ਲਿਖ ਪਕੜਾਇਆ। ਅੱਲਾ ਬਖਸ਼ੇ ਫੂਕ ਉਸਦੀ, ਵਾਂਗ ਹਨੇਰੀ ਆਈ। ਅਗਲਾ ਪ੍ਰਸ਼ਨ ਹੈ ਬੱਚਿਓ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਇਸ ਦੇ ਵਿੱਚ ਜੋ ਸ਼ਬਦ ਦਿੱਤੇ ਗਏ ਨੇ ਉਹਨਾਂ ਦੇ ਤੁਸੀਂ ਵਾਕ ਬਣਾਉਣੇ ਨੇ, ਯਾਨੀ ਕਿ ਸੈਂਟੈਂਸ ਬਣਾਉਣੇ ਨੇ। ਅਤੇ ਵਾਕ ਇਸ ਤਰ੍ਹਾਂ ਬਣਾਉਣੇ ਨੇ ਕਿ ਇਹ ਸ਼ਬਦ ਜੋ ਹੈ ਉਹ ਤੁਹਾਡੇ ਇਸ ਵਾਕ ਵਿੱਚ ਇਸਤੇਮਾਲ ਹੋਣ। ਕੁਝ ਕੁ ਉਦਾਹਰਣ ਮੈਂ ਦੇ ਦਿੰਦੀ ਹਾਂ। ਨੁਸਖਾ, ਡਾਕਟਰ ਨੇ ਬੁੱਧੂ ਨੂੰ ਨੁਸਖਾ ਲਿਖ ਕੇ ਪਕੜਾ ਦਿੱਤਾ। ਨਲਕੀ, ਬੁੱਧੂ ਨੇ ਖੋਤੇ ਦੇ ਨੱਕ ਵਿੱਚ ਨਲਕੀ ਪਾ ਦਿੱਤੀ। ਫੂਕ, ਖੋਤੇ ਦੀ ਫੂਕ ਹਨੇਰੀ ਵਾਂਗ ਆਈ। ਇਸ ਤਰ੍ਹਾਂ ਹੀ ਤੁਸੀਂ ਹੋਰ ਸ਼ਬਦਾਂ ਨੂੰ ਵਾਕਾਂ ਵਿੱਚ ਵਰਤ ਸਕਦੇ ਹੋ। ਤਾਂ ਬੱਚਿਓ, ਇਹ ਸੀ ਸਾਡੀ ਅੱਜ ਦੀ ਵੀਡੀਓ। ਉਮੀਦ ਕਰਦੀ ਹਾਂ ਕਿ ਮੇਰੇ ਦੁਆਰਾ ਬਣਾਈ ਗਈ ਵੀਡੀਓ ਤੁਹਾਨੂੰ ਆਪਣੀ ਪੜ੍ਹਾਈ ਕਰਨ ਦੇ ਵਿੱਚ ਬਹੁਤ ਮਦਦ ਕਰਦੀ ਹੋਣੀ ਹੈ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।